ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਹਰ ਰੋਜ਼ ਦੀ ਤਰ੍ਹਾਂ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਅੱਜ ਆਪਾਂ ਵਿਚਾਰ ਸ਼ੁਰੂ ਕਰਾਂਗੇ ਗੌੜੀ ਕੀ ਵਾਰ। ਗੌੜੀ ਰਾਗ ਦੇ ਵਿੱਚ ਵਾਰ ਹੈ, ਮਹੱਲਾ ਚੌਥਾ, ਮਹੱਲੇ ਚੌਥੇ ਦੀ। ਵਾਰ ਦੇ ਵਿੱਚ ਸ਼ਲੋਕ ਹੁੰਦੇ ਨੇ। ਇੱਕ ਸ਼ਲੋਕ ਹੁੰਦਾ ਹੈ, ਕਈ ਵਾਰੀ ਦੋ ਸ਼ਲੋਕ ਵੀ ਹੁੰਦੇ ਨੇ, ਤਿੰਨ ਵੀ ਹੋ ਸਕਦੇ ਨੇ, ਵੱਧ ਵੀ ਹੋ ਸਕਦੇ ਨੇ, ਤੇ ਨਾਲ ਇੱਕ ਪੌੜੀ ਹੁੰਦੀ ਹੈ। ਉਹ ਸਾਰਾ ਸਾਨੂੰ ਇੱਕ ਦੂਜੇ ਦਾ, ਕਿਉਂਕਿ ਥੋੜ੍ਹੇ ਸ਼ਲੋਕ ਦੇ ਵਿੱਚ ਆਪਾਂ ਸਾਰਾ ਨਹੀਂ ਸਮਝ ਸਕਦੇ, ਜਾਂ ਉਸ ਦਾ ਵਿਚਾਰ ਗਲਤ ਸਮਝ ਲੈਂਦੇ ਹਾਂ। ਉਹ ਫਿਰ ਇੱਕ ਦੂਜੇ ਦਾ ਸਾਨੂੰ ਅਰਥ ਸਮਝਾ ਦਿੰਦੇ ਨੇ, ਇੱਕ ਦੂਜੇ ਦੀ ਵਿਆਖਿਆ ਕਰ ਦਿੰਦੇ ਨੇ। ਇਸ ਕਰਕੇ ਦੋ ਦੋ ਤਿੰਨ ਤਿੰਨ ਸ਼ਲੋਕ ਵੱਧ ਵੀ ਹੁੰਦੇ ਨੇ ਕਿਸੇ 'ਚ। ਤੇ ਸ਼ਲੋਕ ਜਿਹੜਾ ਹੁੰਦਾ ਹੈ ਕਿਸੇ ਵੀ ਮਹੱਲੇ ਦਾ ਲੈ ਲੈਂਦੇ ਨੇ। ਜਿਵੇਂ ਆਪਾਂ ਇੱਥੇ ਮਹੱਲੇ ਚੌਥੇ ਦੀ ਬਾਣੀ ਵਿਚਾਰਦੇ ਹਾਂ, ਇਸ ਦੇ ਵਿੱਚ ਦੂਜੇ ਮਹੱਲਿਆਂ ਦੇ ਵੀ ਸ਼ਲੋਕ ਆ ਜਾਂਦੇ ਨੇ, ਲੇਕਿਨ ਪੌੜੀ ਮਹੱਲੇ ਚੌਥੇ ਦੀ ਹੈ। ਆਓ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਪਰਮੇਸ਼ਰ, ਉਸੇ ਦਾ ਇਹ ਗਿਆਨ ਹੈ। ਉਹ ਜਦੋਂ ਸਾਨੂੰ ਇਸ ਕਾਰ ਦੇ ਵਿੱਚ ਲਾਉਂਦਾ ਹੈ, ਫਿਰ ਆਪਾਂ ਸਤਿਗੁਰ ਦੀ ਕਿਰਪਾ ਸਦਕਾ ਇਹ ਵਿਚਾਰ ਕਰ ਸਕਦੇ ਹਾਂ, ਸਮਝ ਸਕਦੇ ਹਾਂ। ਕਿਉਂਕਿ ਕਿਸੇ ਦੀ ਆਪਣੀ ਨਹੀਂ ਹੈ, ਉਸ ਪਰਮੇਸ਼ਰ ਦੀ ਆਪਣੀ ਇਹ ਬਾਣੀ ਹੈ। ਆਪ ਆਪਣੇ ਗੁਰਸਿੱਖਾਂ ਤੋਂ, ਆਪਣੇ ਭਗਤਾਂ ਤੋਂ, ਗੁਰੂ ਸਾਹਿਬਾਨਾਂ ਤੋਂ, ਜਿਨ੍ਹਾਂ ਨੂੰ ਆਪ ਸਤਿਗੁਰ ਸਾਜਿਆ, ਆਪ ਉਹਨਾਂ ਦੇ ਮੁਖੋਂ ਇਹ ਬਾਣੀ ਕਢਾਈ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਆਪ ਮੂੰਹੋਂ ਕਢਾਈ ਹੋਈ ਬਾਣੀ ਹੈ। ਇਸ ਕਰਕੇ ਇਸ ਨੂੰ ਵਿਚਾਰ ਵੀ ਆਪਾਂ ਉਸ ਪ੍ਰਭੂ ਤੋਂ ਹੀ ਸਿੱਖ ਸਕਦੇ ਹਾਂ। ਆਪਣੀ ਮੱਤ ਦੁਆਰਾ ਅਸੀਂ ਇਸ ਨੂੰ ਵਿਚਾਰ ਵੀ ਨਹੀਂ ਸਕਦੇ। ਇਸ ਕਰਕੇ ਜਦ ਤੱਕ ਆਪਾਂ ਸੱਚਾ ਗਿਆਨ, ਸੱਚਾ ਗੁਰ ਨਹੀਂ ਲੈਂਦੇ ਤੇ ਉਸ ਦੀ ਸੇਵਾ ਨਹੀਂ ਕਰਦੇ, ਉਸ ਨੂੰ ਖੁਸ਼ ਨਹੀਂ ਕਰ ਦਿੰਦੇ, ਉਹ ਦਿਆਲੂ ਨਹੀਂ ਹੋ ਜਾਂਦਾ, ਉਨੀ ਦੇਰ ਸਾਨੂੰ ਇਹ ਸਮਝ ਨਹੀਂ ਆਉਂਦੀ। ਆਓ ਸ਼ੁਰੂ ਕਰਦੇ ਹਾਂ। ਸ਼ਲੋਕ ਮਹੱਲਾ ਚੌਥਾ। ਮਹੱਲੇ ਚੌਥੇ ਦਾ ਸ਼ਲੋਕ ਹੈ, ਸਤਿਗੁਰ ਪੁਰਖ ਦਿਆਲ ਹੈ, ਜਿਸ ਨੂੰ ਸਮਤ ਸਭ ਕੋਇ। ਸਤਿਗੁਰ ਹੈ। ਸਤਿਗੁਰ ਇੱਥੇ ਆਪਾਂ ਸਮਝ ਲਈਏ ਕਿ ਸਤਿਗੁਰ ਜਿਹੜਾ ਹੈ ਉਹ ਅਬਿਨਾਸੀ ਪੁਰਖ ਹੈ, ਜੋ ਸਾਰਿਆਂ 'ਚ ਵਸਦਾ ਹੈ। ਕਿਸੇ ਨੂੰ ਪ੍ਰਗਟ ਹੋ ਜਾਂਦਾ ਹੈ, ਕਿਸੇ ਨੂੰ ਆਪਣਾ ਗਿਆਨ ਕਰਵਾ ਦਿੰਦਾ ਹੈ, ਕਿਸੇ ਤੇ ਗੁਪਤ ਹੁੰਦਾ ਹੈ, ਲੇਕਿਨ ਸਾਰਿਆਂ 'ਚ ਵਰਤਦਾ ਹੈ।
ਉਹ ਅਬਿਨਾਸੀ ਪੁਰਖ ਹੈ, ਉਹ ਆਵਣ ਜਾਵਣ ਦੇ ਵਿੱਚ ਨਹੀਂ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਉਹ ਕਿਸੇ ਦੁਆਰਾ ਸਾਨੂੰ ਗਿਆਨ ਦਿੰਦਾ ਹੈ, ਲੇਕਿਨ ਕਿਸੇ ਜੀਵ ਨਹੀਂ, ਕੋਈ ਇਨਸਾਨ, ਕੋਈ ਸਰੀਰ ਸਤਿਗੁਰ ਨਹੀਂ ਹੈ। ਸਤਿਗੁਰ ਸਦਾ ਹੈ, ਸਾਰਿਆਂ 'ਚ ਵਸਦਾ, ਸਦਾ ਹੀ ਦਿਆਲੂ ਹੈ, ਉਸ ਨੂੰ ਸਾਰਾ ਗਿਆਨ ਹੈ, ਕਿਉਂਕਿ ਉਹ ਪਰਮੇਸ਼ਰ ਰੂਪ ਹੈ, ਉਸ ਦੀ ਹੀ ਰਚਨਾ ਹੈ ਸਾਰੀ। ਜਿਸ ਨੂੰ ਸਮਤ ਸਭ ਕੋਈ, ਜਿਹਨੂੰ ਸਾਰਾ ਪਤਾ ਹੈ, ਸਾਰਾ ਭੇਤ ਹੈ, ਸਾਰੀ ਸੋਝੀ ਹੈ, ਸਾਰਾ ਸਮਤ ਹੈ, ਸਾਰਾ ਦਾ ਜਾਣਕਾਰ ਹੈ। ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਉਹ ਸਭ ਨੂੰ ਹੀ ਇੱਕੋ ਨਜ਼ਰ ਦੇ ਨਾਲ ਦੇਖਦਾ ਹੈ। ਉਸ ਦੇ ਮਨ ਦੇ ਵਿੱਚ, ਉਸ ਦੀ ਦ੍ਰਿਸ਼ਟੀ ਦੇ ਵਿੱਚ ਸਭ ਇੱਕੋ ਨੇ, ਲੇਕਿਨ ਸਾਡੀ ਇੱਛਾ ਕਿਆ ਹੈ, ਸਾਡੇ ਮਨ ਦੀ ਭਾਵਨਾ ਕੀ ਹੈ। ਸਾਡੀ ਮਨ ਦੀ ਭਾਵਨਾ ਦੁਆਰਾ ਸਾਨੂੰ ਇਹ ਸੋਝੀ ਆਉਂਦੀ ਹੈ, ਗਿਆਨ ਹੁੰਦਾ ਹੈ। ਕਿਉਂਕਿ ਕੋਈ ਕੁਛ ਪਾਲਦਾ ਹੈ, ਕਿਸੇ ਦੇ ਅੰਦਰ ਕੋਈ ਇੱਛਾ ਹੁੰਦੀ ਹੈ। ਇੱਥੇ ਨਹੀਂ ਵੀ ਇੱਛਾ ਤਾਂ ਹੀ ਪਰਮੇਸ਼ਰ ਨੂੰ ਪਤਾ ਚੱਲਦੀ, ਜੇ ਅਸੀਂ ਖੜ ਕੇ ਅੱਖਾਂ ਮੀਚ ਕੇ ਦੋ ਹੱਥ ਜੋੜ ਕੇ ਬੇਨਤੀ ਅਰਦਾਸ ਕਰਦੇ ਹਾਂ ਤਾਂ ਹੀ ਉਸ ਨੂੰ ਪਤਾ ਚੱਲਦਾ, ਕਿਉਂਕਿ ਉਹ ਘਟ ਘਟ ਕੇ ਅੰਤਰ ਕੀ ਜਾਣਦਾ ਹੈ, ਉਸ ਨੂੰ ਸਾਰਾ ਗਿਆਨ ਹੈ। ਆਪਾਂ ਸੋਚਿਆ ਤੇ ਉਸ ਤੋਂ ਪਹਿਲਾਂ ਹੀ, ਜਿਉਂ ਹੀ ਆਪਾਂ ਵਿਚਾਰ ਲਿਆ, ਉਦੋਂ ਹੀ ਉਸ ਨੂੰ, ਉਸ ਤੱਕ ਇਹ ਸਾਡੇ ਵਿਚਾਰ ਪਹੁੰਚ ਜਾਂਦੀ ਹੈ। ਜਿਵੇਂ ਸਤਿਗੁਰੂ ਸਮਝਾਉਂਦੇ ਨੇ ਕਿ ਕੀੜੀ ਜਿਹੜੀ ਹੈ, ਕੀੜੀ ਦੀ ਚੰਗਿਆੜ ਹਾਥੀ ਦੀ ਚੀਕ ਦੇ ਨਾਲੋਂ ਪਹਿਲਾਂ, ਜਿਹੜੀ ਕੀੜੀ ਦੀ ਚੀਕ ਹੈ ਹਾਥੀ ਦੀ ਚੰਗਿਆੜ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਪਰਮੇਸ਼ਰ ਦੇ ਕੋਲ। ਕਿਉਂਕਿ ਜੋ ਵਿਚਾਰ ਲਿਆ, ਆਪਾਂ ਸਾਰੇ ਜਿੰਨੇ 84 ਲੱਖ ਜੂਨੀ ਹੈ, ਜੋ ਵੀ ਉਹ ਇੱਛਾ ਕਰਦੀ ਹੈ ਪਰਮੇਸ਼ਰ ਉਹਨਾਂ ਨੂੰ ਦਿੰਦਾ ਹੈ। ਉਹ ਵੀ ਪਰਮੇਸ਼ਰ ਨੂੰ ਜਾਣਦੇ ਨੇ, ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਸਮਾਉਣਾ ਕਿਵੇਂ ਹੈ, ਜੋਤ ਨੂੰ ਜੋਤ ਦੇ ਵਿੱਚ ਮਿਲਾਉਣਾ ਕਿਵੇਂ ਹੈ, ਇੱਕ ਦ੍ਰਿਸ਼ਟ ਹੋ ਕੇ ਕਿਵੇਂ ਉਸ ਦੇ ਵਿੱਚ ਸਮਾਉਣਾ ਹੈ, ਕਿਵੇਂ ਆਪਾਂ ਖਤਮ ਕਰਨਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਆਸਜ ਦੀ ਬਾਰ ਦੇ ਵਿੱਚ ਕਿ ਜਿੱਥੇ ਤੱਕ ਵੀ ਸੰਸਾਰ ਦੇ ਵਿੱਚ ਜੀਵ ਵਸਦੇ ਨੇ, ਜਲ ਦੇ ਵਿੱਚ ਹੈ, ਥਲ ਦੇ ਵਿੱਚ ਹੈ, ਮਈਲ ਵਿੱਚ ਹੈ, ਦੀਪਾਂ ਦੇ ਵਿੱਚ, ਲੋਹਾਂ ਦੇ ਵਿੱਚ, ਹਰ ਥਾਂ ਜਿੱਥੇ ਵੀ ਜੀਵ ਨੇ ਉਹ ਪ੍ਰਭੂ ਤੋਂ ਮੰਗਦੇ ਨੇ, ਪ੍ਰਭੂ ਉਹਨਾਂ ਨੂੰ ਦਿੰਦਾ ਹੈ ਤੇ ਉਹਨਾਂ ਨੂੰ ਪ੍ਰਭੂ ਦੀ ਸਾਰ ਹੈ। ਰਸ ਸਮਝਾਉਂਦੇ ਨੇ, ਜਲ ਥਲ ਜੀਆ ਪੁਰੀਆਂ ਲੋਆ, ਆਕਾਰਾਂ ਆਕਾਰ, ਓਏ ਜੇ ਆਖੈ ਸੋ ਤੂੰ ਹੈ ਜਾਣੈ, ਤੇਨਾ ਵੀ ਤੇਰੀ ਸਾਰ। ਜਿੱਥੇ ਤੱਕ ਮਰਜੀ ਕੋਈ ਜੀਵ ਹੈ, ਜਿਹੜੇ ਆਕਾਰ ਨੇ ਉਹ ਜੋ ਆਖਦੇ ਨੇ, ਕਿਉਂਕਿ ਮਨੁੱਖ ਤਾਂ ਅੱਖਰਾਂ ਦੇ ਵਿੱਚ ਆਖਦਾ ਹੈ, ਬਾਕੀ ਹੋਰ ਤਾਂ ਵਿਚਾਰ ਹੀ ਲੈਂਦੇ ਨੇ। ਲੇਕਿਨ ਜਿਉਂ ਇਹ ਵਿਚਾਰ ਲੈਂਦੇ, ਫਰਜ਼ ਕਰੋ ਧਿਆਨ ਮਾਰਗ ਹੀ ਹੈ ਉੱਥੇ। ਜਿਵੇਂ ਪਸ਼ੂ ਨੇ, ਪਸ਼ੂਆਂ ਨੂੰ ਪਿਆਸ ਲੱਗਦੀ ਹੈ, ਉਹਨਾਂ ਦਾ ਧਿਆਨ ਪਾਣੀ ਦੇ ਵਿੱਚ ਜਾਂਦਾ, ਉਹ ਪਾਣੀ ਪਾਣੀ ਨਹੀਂ ਕਰਦੇ ਤੇ ਉਹਨਾਂ ਦਾ ਧਿਆਨ ਪਾਣੀ 'ਚ ਜਾਂਦਾ। ਭੁੱਖ ਲੱਗਦੀ ਹੈ, ਉਹਨਾਂ ਦਾ ਧਿਆਨ ਪੱਠਿਆਂ 'ਚ ਜਾਂਦਾ ਹੈ। ਇੱਦਾਂ ਉਹ ਪਰਮੇਸ਼ਰ ਕੋਲ ਉਹ ਪਹੁੰਚਦਾ ਹੈ। ਇੱਦਾਂ ਆਪਣਾ ਜਿੱਥੇ ਧਿਆਨ ਜਾਂਦਾ ਹੈ, ਉਹ ਜੀ ਵਿਚਾਰ ਹੁੰਦੀ ਸਾਡੇ ਅੰਦਰ, ਫੁਰਨਾ ਹੁੰਦਾ ਹੈ, ਉਹੀ ਪਰਮੇਸ਼ਰ ਕੋਲ ਪਹੁੰਚਦਾ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਸਾਡੀ ਮਨ ਦੀ ਭਾਵਨਾ 'ਤੇ ਸਿੱਧ ਹੋਣਾ ਹੈ ਕਿ ਅਸੀਂ ਕੀ ਲੋਚਦੇ ਹਾਂ। ਸਾਡੀ ਮਨ ਦੀ ਭਾਵਨਾ ਕੀ ਹੈ, ਉਹ ਜਿਹਾ ਸਾਨੂੰ ਮਿਲਦਾ ਹੈ। ਸਤਿਗੁਰ ਵਿੱਚ ਅੰਮ੍ਰਿਤ ਹੈ। ਸਤਿਗੁਰ ਦੇ ਵਿੱਚ ਕੀ ਹੈ? ਅੰਮ੍ਰਿਤ। ਅੰਮ੍ਰਿਤ ਕੀ ਹੈ? ਪ੍ਰਕਾਸ਼। ਕਿਉਂਕਿ ਸਤਿਗੁਰ ਪ੍ਰਕਾਸ਼ ਹੀ ਹੈ। ਹਰ ਉੱਤਮ ਹਰ ਪਦ ਸੋਏ, ਪ੍ਰਕਾਸ਼ ਹੀ ਸਭ ਤੋਂ ਉੱਤਮ ਪਦ ਹੈ।
क्योंकि प्रकाश तो सारा कुछ पैदा होया, इस करके परमेश्वर की है प्रकाश। एक आप प्रकाश है, एक अपने तो फिर उसने साडियां जोतां नूं पैदा किया है। सब तो पहला परमेश्वर ने प्रकाश पैदा किया, फिर कुदरत पैदा करके इस संसार नूं साजिया है, जिसनूं बाबा कबीर जी समझाउंदे ने, अब्बल अल्लाह नूर हो पाया। अब्बल कह देंदे पहला, पहला परमेश्वर ने प्रकाश पैदा किया, फिर कुदरत, कुदरत के सब बंदे, फिर अपने तो नाम है प्रकाश, फिर नाम तो कुदरत साजी गई। जिमें आसा दी वार च आपां पढ़दे हाँ, आप ही ने आप साजियो, आप ही ने रचियो नाओ, दुई कुदरत साजी है, कर आसन डिठो चाओ, दाता करता आप तू, तुस देवे करे पसाओ, तू जानो ही सब से, दे ले से जिंद कवाओ, कर आसन डिठो चाओ। हुण उस प्रभु दी जिहड़ी साजी हुई है उस प्रकाश ही है। सब तो उत्तम पद है प्रकाश। नानक किरपा ते हर त्याई है, गुरमुख पावे कोय। ते सतगुरु समझाउंदे ने कि उस प्रभु की किरपा ते ही हरि नूं त्याया जाता है, क्योंकि प्रकाश प्रगट होएगा, फिर प्रकाश दे विच साडा ध्यान लगेगा, जुड़ेगा, फिर असीं उस नूं त्यावांगे। इस करके किसी विरले जीव नूं पहला आप जनाउंदा है, जिसनूं गुरबाणी दे विच गुरमुख कहा है। गुरमुख जिहड़ी अवस्था है वो आप नहीं बनिया जाता। आपां कुछ जिवें संसार दे विच भी हाँ, कुछ आपां आप बन सकते हाँ, अपनी मेहनत नाल बन सकते हाँ, कुछ अपनी मेहनत नाल भी असीं नहीं बन सकते, सानूं बनाया जाता है। जिवें एक बच्चा है, पढ़ लिख सकता है, चंगा खिडारी बन सकता है, मेहनत करके चंगी पढ़ाई कर सकता है, तो उसनूं पद जिहड़ा वो फिर जां वो अपनी नौकरी करता है, डिग्री मिल जाती है, जां वो अपना काम करता है। अपना काम कर सकता है, जेकर सरकारी नौकरी कुछ भी लेना होवे तो सरकार वालों दिती जाती है। इदा ही कुछ अहुदे ने, पद ने, जिमें मंत्री ने, MLA ने, MP ने, वो आप नहीं बन सकता जी, लोग वोटां पा के उसनूं बनाउंदे ने। इदा ही जिहड़ी ये सिक्खी है, गुर दी सिख आपां लै सकते हाँ, सन्मुख हो सकते हाँ, सन्मुख तक आपां चल सकते हाँ, वो भी उसकी कृपा सदका ही। लेकिन जिहड़ा गुरमुख है वो आप नहीं बनिया जाता। गुरमुख वो है जिहड़ा प्रभु नूं पा जाता है। आसा दी वार दे विच भी आपां पढ़दे हाँ, नानक गुरमुख आखिया, नानक गुरमुख जानिया, जाको आप करे प्रकाश। आनंद साहब दी बाणी विच भी आपां पढ़दे हाँ कि शिव शक्त आप उपाय कह करता आपे हुक्म बरताए आप बेखै, गुरमुख किसे बुझाए, तोड़े बंधन होवे मुक्त शब्द मन वसाए, गुरमुख जिसनूं आप करे सो होवे, एक ससोले बुलाए, कह नानक आप करता आपे हुक्म बुझाए। इदा ही होर भी आपां बाणी पढ़दे हैं, गुरमुख सोए जो हर जियो पाया, तिस कवन मिटावै जो प्रभ पहराया, सदा आनंद करे आनंदी, जिस सिर पौ पाया गल खासा है। इदा गुरमुख है जिहड़ा आप प्रभु वालों साजा जाता है, उसनूं फिर ये उत्ते आउंदा है हरि नूं, परमेश्वर नूं। फिर उस द्वारा परमेश्वर सानू पहला ज्ञान देंदा है, वेदां दा ज्ञान करवाउंदा है, जिवें आपां विचार करते हाँ। फिर उस तो अगे सानू गुर दा ज्ञान देंदा है, जुगती देंदा है,
ਜਿਸ ਦੁਆਰਾ ਆਪਾਂ ਇੱਕ ਦ੍ਰਿਸ਼ਟ ਹੋ ਕੇ ਗੁਰ ਨੂੰ ਸੇਵਾ ਕਰਦੇ ਹਾਂ, ਗੁਰ ਨੂੰ ਕਮਾਉਂਦੇ ਹਾਂ, ਫਿਰ ਨਾਮ ਪ੍ਰਗਟ ਹੁੰਦਾ ਹੈ, ਪ੍ਰਕਾਸ਼, ਫਿਰ ਆਪਾਂ ਪ੍ਰਕਾਸ਼ ਨੂੰ ਧਿਆਉਂਦੇ ਹਾਂ, ਮਨ ਨਿਰਮਲ ਹੋ ਜਾਂਦਾ ਹੈ, ਫਿਰ ਆਤਮ ਪ੍ਰਗਟ ਹੋ ਜਾਂਦੀ ਹੈ, ਆਤਮ ਰੂਪ ਹੋ ਜਾਂਦਾ ਹੈ, ਅਤੇ ਫਿਰ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਇੱਦਾਂ ਇਹ ਅਵਸਥਾ ਨੇ। ਇਸ ਕਰਕੇ ਸਮਝਾਉਂਦੇ ਨੇ ਕਿ ਉਹ ਕਿਸੇ ਨੂੰ ਜਲਾਉਂਦਾ ਹੈ ਪਹਿਲਾਂ। ਅੱਗੇ ਫਿਰ ਮਹੱਲਾ ਚੌਥਾ ਹੈ, ਅਗਲਾ ਸ਼ਲੋਕ ਹੈ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਤੋਟਾ ਸੰਸਾਰ। ਹਉਮੈ, ਜਿੰਨੀ ਦੇਰ ਸਾਡੇ ਅੰਦਰ ਹਉਮੈ ਹੈ ਕਿ ਹਉਮੈ ਹੈ ਕਿ ਜਿੰਨੀ ਦੇਰ ਸਾਡਾ ਮਨ ਦੋ ਦ੍ਰਿਸ਼ਟੀ ਦੇ ਵਿੱਚ ਹੈ, ਇੱਕ ਆਕਾਰ ਰੂਪ ਦੇ ਵਿੱਚ ਹੈ, ਅਸਥੂਲ ਜਿਸ ਨੂੰ ਆਪਾਂ ਕਹਿ ਦਈਏ, ਜਿੰਨੀ ਦੇਰ ਮਨ ਅਸਥੂਲ ਹੈ। ਅਸਥੂਲ ਕੀ ਹੈ? ਕਿਉਂਕਿ ਮਨ ਜਿਹੜਾ ਹੈ, ਮਨ ਦਾ ਭੇਤ ਹੀ ਨਹੀਂ ਆਇਆ ਕਿਸੇ ਨੂੰ ਵੀ ਮਨ ਹੈ ਕੀ। ਆਮ ਜੀਵ ਹਰ ਕੋਈ ਕਹਿੰਦਾ ਹੈ ਵੀ ਮਨ ਹੈ ਕੀ। ਮਨ ਦਾ ਤਾਂ ਪਤਾ ਨਹੀਂ ਵੀ ਮਨ ਕੀ ਹੈ। ਕੋਈ ਕਹਿੰਦਾ ਵਿਚਾਰਾਂ ਦੀ ਗੱਲ ਹੈ। ਮਨ ਜਿਹੜਾ ਹੈ, ਪਰਮੇਸ਼ਰ ਨੇ ਜਿਹੜਾ ਮਨ ਜਦੋਂ ਪੈਦਾ ਕੀਤਾ ਸੀ, ਇਸ ਨੂੰ ਪ੍ਰਕਾਸ਼ ਰੂਪ ਪੈਦਾ ਕੀਤਾ ਸੀ। ਪਰ ਇਹ ਦੋ ਜੋਤਾਂ ਦੇ ਵਿੱਚ ਹੋ ਗਿਆ, ਇਸ ਦੇ ਲਿਵ ਨਾਮ ਦੇ ਨਾਲੋਂ ਟੁੱਟ ਗਈ ਤੇ ਇਸ ਨੂੰ ਮੈਲ ਲੱਗਣੀ ਸ਼ੁਰੂ ਹੋ ਗਈ, ਤੇ ਮੈਲ ਲੱਗਣ ਕਰਕੇ ਇਹ ਅਸਥੂਲ ਹੋ ਗਿਆ। ਤੇ ਫਿਰ ਗੁਰ ਦੇ ਗਿਆਨ ਦੁਆਰਾ ਕੀ ਹੁੰਦਾ ਹੈ ਕਿ ਫਿਰ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਫਿਰ ਇਸ ਦੀ ਮੈਲ ਉਤਰ ਜਾਂਦੀ, ਫਿਰ ਪ੍ਰਕਾਸ਼ ਹੋ ਜਾਂਦਾ ਹੈ। ਹੁਣ ਆਪਾਂ ਜਿਹੜੇ ਜੀਵ ਹਾਂ, ਕਿਉਂਕਿ ਮਨ ਦਾ ਆਪਾਂ ਨੂੰ ਗਿਆਨ ਨਹੀਂ, ਲੇਕਿਨ ਆਪਾਂ ਜੇ ਸਮਝੀਏ ਤੇ ਆਪਾਂ ਸਮਝ ਸਕਦੇ ਹਾਂ। ਆਪਣਾ ਕੋਲ ਇੱਕ ਸਰੀਰ ਹੈ, ਸਾਰਿਆਂ ਕੋਲ ਸਰੀਰ ਹੈ, ਲੇਕਿਨ ਇੱਕ ਆਪਣੇ ਸਾਰਿਆਂ ਦਾ ਫੇਸ ਹੈ, ਚਿਹਰਾ ਹੈ, ਜੋ ਕਿ ਇੱਕ ਦੂਜੇ ਦਾ ਕਿਸੇ ਦੇ ਨਾਲ ਨਹੀਂ ਮਿਲਦਾ। ਹੁਣ ਇੱਕ ਚਿਹਰਾ ਹੈ, ਮੇਰਾ ਫੇਸ ਹੈ, ਇੱਥੇ ਮੈਨੂੰ ਮੇਰੀ ਇੱਕ ਆਪਣੀ ਪਹਿਚਾਣ ਹੋ ਗਈ ਕਿ ਮੈਂ ਮੇਰਾ ਚਿਹਰਾ ਹੈ। ਜੇ ਮੇਰੀ ਤਸਵੀਰ ਹੋਏਗੀ, ਮੈਨੂੰ ਆਪਣੇ ਫੇਸ ਦੀ ਪਹਿਚਾਣ ਹੈ। ਮੇਰੀ ਕੋਈ ਤਸਵੀਰ ਦਿਖਾਏਗਾ ਵੀ ਆ ਕਿਸ ਦੀ ਹੈ, ਮੈਂ ਕਹਿ ਦੇਂਗਾ ਇਹ ਮੇਰੀ ਤਸਵੀਰ ਹੈ, ਮੇਰੀ ਫੋਟੋ ਹੈ। ਇਸ ਫੇਸ ਤੇ ਆਪਾਂ ਆਪਣੇ ਆਪ ਨੂੰ ਸਮਝੇਗੇ ਵੀ ਇਹ ਮੇਰਾ ਰੂਪ ਹੈ ਅਸਥੂਲ, ਲੇਕਿਨ ਇਹ ਨਹੀਂ ਹੈ ਸਾਡਾ ਰੂਪ, ਕਿਉਂਕਿ ਸਾਰਿਆਂ ਦੇ ਵੱਖਰੇ ਵੱਖਰੇ ਨੇ। ਲੇਕਿਨ ਜਦੋਂ ਆਪਾਂ ਇੱਕ ਦ੍ਰਿਸ਼ਟ ਹੋ ਕੇ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਗੁਰ ਦਾ ਗਿਆਨ ਲੈ ਕੇ, ਫਿਰ ਸਾਨੂੰ ਪ੍ਰਕਾਸ਼ ਮੁਖ ਜਿਹੜਾ ਪ੍ਰਕਾਸ਼ ਹੋ ਜਾਂਦਾ ਹੈ। ਸਾਨੂੰ ਆਪਣਾ ਇੱਥੇ ਪ੍ਰਕਾਸ਼ ਹੀ ਨਜ਼ਰ ਆਉਂਦਾ ਹੈ, ਸਾਰਾ ਹੀ ਆਪਾ ਖਤਮ ਹੋ ਜਾਂਦਾ ਹੈ। ਆਪਣਾ ਚੱਕਰ ਚੇਨ ਸਾਨੂੰ ਨਜ਼ਰ ਨਹੀਂ ਆਏਗਾ। ਜਦੋਂ ਆਪਾਂ ਸਮ ਕਰਕੇ ਦੇਖਾਂਗੇ, ਪ੍ਰਕਾਸ਼ ਹੋ ਜਾਏਗਾ। ਉੱਥੇ ਆਪਾਂ ਸਾਰੇ ਇੱਕ ਰੂਪ ਹਾਂ, ਪ੍ਰਕਾਸ਼ ਰੂਪ। ਫਿਰ ਸਾਨੂੰ ਪਹਿਚਾਣ ਹੁੰਦੀ ਵੀ ਜਿਸ ਨੂੰ ਅਸੀਂ ਇਹ ਸਮਝਦੇ ਸੀ ਆਪਣਾ ਵੀ ਮੈਂ ਇਹ ਹਾਂ, ਇਹ ਨਹੀਂ ਅਸੀਂ ਤਾਂ ਪ੍ਰਕਾਸ਼ ਰੂਪ ਹਾਂ। ਪਹਿਲਾਂ ਸਾਨੂੰ ਆਪਣਾ ਫੇਸ ਨਜ਼ਰ ਆਉਂਦਾ ਹੈ, ਚੱਕਰ 'ਚ ਨਜ਼ਰ ਆਉਂਦਾ ਹੈ। ਜਦੋਂ ਆਪਾਂ ਜਿਵੇਂ ਰੋਜ਼ ਅਭਿਆਸ ਕਰਦੇ ਹਾਂ, ਦੇਖਦੇ ਹਾਂ ਆਪਣੇ ਆਪ ਨੂੰ ਸਮ ਕਰਕੇ, ਕਿਸੇ ਦਾ ਸੱਜੇ ਪਾਸੇ, ਕਿਸੇ ਦਾ ਖੱਬੇ, ਕਿਸੇ ਦਾ ਵਿਚਾਲੇ, ਸਾਨੂੰ ਆਪਣਾ ਫੇਸ ਦਿਸਦਾ ਹੈ। ਸਾਨੂੰ ਆਪਣੇ ਫੇਸ 'ਤੇ ਚਮ ਨਜ਼ਰ ਆਉਂਦਾ ਹੈ, ਮਾਸ ਨਜ਼ਰ ਆਉਂਦਾ ਹੈ। ਜਦੋਂ ਅਸੀਂ ਇੱਕ ਦ੍ਰਿਸ਼ਟ ਹੋ ਕੇ ਧਿਆਉਣਾ ਸ਼ੁਰੂ ਕਰਦੇ ਹਾਂ, ਫਿਰ ਸਾਡਾ ਇਹ ਆਪਾ ਖਤਮ ਹੋ ਜਾਂਦਾ ਹੈ, ਸਾਰਾ ਮੁਖ ਪ੍ਰਕਾਸ਼ ਹੋ ਜਾਂਦਾ। ਪ੍ਰਕਾਸ਼ ਕਿਉਂ ਨਜ਼ਰ ਆਉਂਦਾ? ਕਿਉਂ ਪਰਮੇਸ਼ਰ ਇਸ 'ਤੇ ਨਾਮ ਦਾ ਕੱਪੜਾ ਪਾ ਦਿੰਦਾ ਹੈ, ਫੇਸ ਢੱਕ ਦਿੰਦਾ ਹੈ, ਜਿਹੜਾ ਕਦੇ ਨੰਗਾ ਨਹੀਂ ਹੁੰਦਾ। ਜਦੋਂ ਆਪਾਂ ਇੰਨਾ ਪਿਆਰ ਪਾ ਲਵਾਂਗੇ, ਮੁਖ ਸਦਾ ਉਜਲ ਰਹੇਗਾ, ਮੁਖ ਚਮਕਦਾ ਰਹੇਗਾ, ਕਿਉਂਕਿ ਪਰਮੇਸ਼ਰ ਨੇ ਨਾਮ ਦਾ ਕੱਪੜਾ ਪਹਿਨਾ ਦਿੱਤਾ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਆਪਾਂ ਨੂੰ ਕਿ ਜਦ ਤੱਕ ਜੀਵ ਹਉਮੈ 'ਚ ਹੈ, ਇਹ ਮਾਇਆ ਜਿਹੜਾ ਸਰੀਰ ਸਾਡਾ ਮਾਇਆ ਹੈ,
ये शरीर सब मूल है माया। त्रैगुण, त्रैगुण विख है मन दे वास्ते। ये शरीर, जोबन, ये संसार दा धन दौलत, ये आपां नूं मन दे बैरी बन जाते हैं। जिन्हों महाराज समझाते हैं, धन जोबन दोए बैरी होए, जिन्नी रखे रंग लाए। ये सानू ठग लेंदे ने। पंज ठग ने संसार दे विच, जिन्हां नूं महाराज समझाते हैं राज, माल, रूप, जात, जोबन। पंजे ठग। इन्हीं ठगी जग ठगिया, किसे ना रखी लज। ये सानू ठगदे ने मन नूं। इस करके जदों फिर सानू ज्ञान हो जाता है, फिर ये ठग नहीं सकते। ये ना ठगन ठग से गुर की पैरी पाहे, नानक सच्चे नाम बिन केते मुठी जाहे। सच्चे नाम तो बिना किन्ने लोग ठगे जा रहे ने, पर जेड़े गुर दी चरनी लग जाते ने, फिर उन्हां नूं ये ठग नहीं सकते। ना ओह मरे ना ठागे जाहे, जिनके राम बसै मन माहे। वो संसारिक धन दौलत की गल नहीं है इत्थे, क्योंकि इत्थे मन की गल चलती है। मन ठगिया नहीं जाता। इस करके सतगुरु समझाते हैं कि जब तक हौमे विच हाँ, माया विच हाँ, साडू संसार दे विच घाटा ही घाटा है। हौमे माया सब विख है, क्योंकि असी विख नाल जुड़े हाँ। सतगुर विच अमृत है, मोह माया दे विच हौमे दे विच विख है। अमृत ते विख दा सानू इत्थे अंतर समझाते हैं भी अमृत कित्थे है ते विख कित्थे है। हौमे माया सब विख है, नित जग तोटा संसार। भी नित ही संसार दे विच सानू तोटा है, नुकसान है, घाटा है। लाहा हर तन खटिया, गुरमुख शब्द विचार। ते फिर इस संसार दे विच लाहा कौन खटदा है? सच्चे तन दा, गुरमुख। किवें? शब्द दी विचार। जिवें आपां हुण शब्द दी विचार करते हाँ, इत्थे आपां लाह खट रहे अपने जीवन का। क्योंकि जिन्ना समा आपां इस विचार करांगे, सुनांगे, जिवें आपां परसों विचारते सी, कोई को गावे को सुने को करे विचार, को उपदेशै को दृढ़ै तिसका होए उदार। भी जदों आपां करांगे साडा उदार होएगा, सानू वो लाहा मिलेगा गुर शब्द दी विचार द्वारा। हौमै मैल विख उतरै। जदों गुरमुख शब्द दी विचार गुर दा ज्ञान देंदे ने, उस नाल की हुंदा कि हौमे दी मैल उतरती है, ये विख उतर जाती है। हर अमृत हर अवतार। फिर हरि साडे हिरदे च अमृत बसा देंदा है, प्रगट कर देंदा है। विख उतर जाती है, अमृत प्रगट हो जाता है। कौन करता है? परमेश्वर। क्योंकि अमृत किस दे कोल है? परमेश्वर दे कोल। अमृत नूं होर कोई नहीं तैयार कर सकता। अमृत तैयार है, भरिया पिया है, पर उसकी कृपा तो बिना सानू प्राप्त नहीं होता। अमृत है कि प्रकाश। सब कारज तिन कै सिद्ध है, जिन गुरमुख कृपा तार। भी जिन्हां ते कृपा करता है प्रभु, जेड़े गुर ले लेंदे ने, मुख तो ज्ञान ले लेंदे ने, ते उस नाल प्यार कर लेंदे ने, उन्हां दे कारज सिद्ध हो जाते ने, सफल हो जाते ने। सिद्ध दा मतलब है सफल हो जाता है। उन्हां दा संसार दे विच आउणा सफल हो जाता है। नानक जो तुर मिले से मिल रहे, हर मेले सिरजनहार। जिन्हां नूं परमेश्वर ने मेल लिया है, क्योंकि जिन्हां नूं आप मेल लिया, वो किस नाल मिल गए? तुर नाल। साडा तुर की है? परमेश्वर। साडा मूल है परमेश्वर। जिन्हां ने आप कृपा की अपने नाल मिला लिया, वो मिल ले ते वो मिले ही रहंदे ने। जिहड़े एक बार प्रभु नूं मिल लैंदे ने, जिन्हां नूं प्रभु एक बारी अपने बना लैंदा है, उन्हां नूं विछोड़दा नहीं है। सतगुरु समझाउंदे ने गुरबाणी दे विच ही कि जिन्हां नूं अपने बना लैंदा, जो जन पार ब्रह्म अपने कीने, तिनका बाहर कछु ना
ਵਿਚਾਰੇ। ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ ਉਹਨਾਂ ਦਾ ਫਿਰ ਵਿਚਾਰਦਾ ਨਹੀਂ। ਜਿਨ੍ਹਾਂ ਨੇ ਇੱਕ ਵਾਰੀ ਪਿਆਰ ਪੈ ਗਿਆ ਪ੍ਰਭੂ ਦੇ ਨਾਲ, ਪਿਆਰ ਦੇ ਨਾਲ ਜਿਨ੍ਹਾਂ ਨੇ ਉਸ ਨੂੰ ਆਪਣੇ ਬਸ ਵਿੱਚ ਕਰ ਲਿਆ, ਫਿਰ ਉਹ ਛੱਡ ਕੇ ਨਹੀਂ ਜਾਂਦਾ। ਉਹ ਪਰਮੇਸ਼ਰ ਦੀ ਰੀਤ ਹੈ। ਮੇਰਾ ਸਮਝਾਉਂਦੇ ਨੇ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ। ਵੇ ਪਰਮੇਸ਼ਰ ਦੀ ਭਲੀ ਰੀਤ ਹੈ। ਜਿਸ ਨੇ ਇੱਕ ਵਾਰੀ ਜਿਹਦਾ ਪਿਆਰ ਪੈ ਗਿਆ, ਜਿਹਨੂੰ ਉਸਨੇ ਆਪਣਾ ਬਣਾ ਲਿਆ, ਉਹਨੂੰ ਫਿਰ ਛੱਡਦਾ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਮਿਲਾ ਲੈਂਦਾ ਹੈ। ਪਰ ਮਿਲਾਉਂਦਾ ਕੌਣ ਹੈ? ਆਪ ਸਿਰਜਣਹਾਰ। ਕਿਵੇਂ ਮਿਲਾਉਂਦਾ ਹੈ? ਆਪਣੇ ਜਨਾਂ ਦੁਆਰਾ, ਗੁਰ ਦਾ ਗਿਆਨ ਦੇ ਕੇ। ਆਓ ਪੌੜੀ ਦੇ ਵਿੱਚ, ਅੱਗੇ ਪੌੜੀ ਹੈ, ਉੱਥੇ ਆਪਾਂ ਨੂੰ ਸਮਝ ਲੱਗ ਜਾਏਗੀ ਕਿ ਕਦੇ ਵੀ ਜੋ ਵੀ ਸੰਸਾਰ ਦੇ ਵਿੱਚ ਆਏ, ਆਪਣੀ ਗੁਰਬਾਣੀ ਪੜ੍ਹੀਏ ਭਗਤਾਂ ਦੀ, ਉਹਨਾਂ ਕਿਤੇ ਵੀ ਇਹ ਨਹੀਂ ਕਿਹਾ ਵੀ ਅਸੀਂ ਕੁਛ ਕਰਤਾ, ਅਸੀਂ ਇਹ ਕਰਤਾ, ਅਸੀਂ ਉਹ ਕਰਤਾ। ਇਹ ਮਾਰਗ ਜਿਹੜਾ ਹੈ, ਇਹਦੇ ਵਿੱਚ ਆਪਾਂ ਕੁਛ ਕਰ ਹੀ ਨਹੀਂ ਸਕਦੇ। ਇਸ ਕਰਕੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਹਰ ਸਮੇਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਨਾਲੇ ਆਪਾਂ ਨਾ ਜਨਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਰਨ ਵਾਲਾ ਇੱਕ ਪਰਮੇਸ਼ਰ ਹੀ ਹੈ, ਅਸੀਂ ਨਹੀਂ ਕੁਛ ਕਰ ਸਕਦੇ। ਇੱਥੇ ਪੌੜੀ 'ਚ ਫਿਰ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਹੇ ਪ੍ਰਭੂ, ਕਿਉਂਕਿ ਜਿਨ੍ਹਾਂ ਨੂੰ ਜਨਾ ਦਿੰਦਾ ਹੈ, ਜਿਨ੍ਹਾਂ ਨੂੰ ਪ੍ਰਗਟ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਉਹ ਹਮੇਸ਼ਾ ਆਪਣੇ ਆਪ ਨੂੰ ਨਹੀਂ ਜਨਾਉਂਦੇ। ਆਪ ਨਹੀਂ ਕੁਛ ਕਹਿੰਦੇ ਵੀ ਅਸੀਂ ਕੁਛ ਕਰਦੇ ਹਾਂ, ਕਿਉਂਕਿ ਜੇ ਅਸੀਂ ਕਵਾਂਗੇ ਅਸੀਂ ਕੁਛ ਕਰਦੇ ਹਾਂ, ਜੇ ਅਸੀਂ ਆਪਣੇ ਆਪ ਨੂੰ ਜਨਾਵਾਂਗੇ, ਪ੍ਰਭੂ ਨੂੰ ਨਹੀਂ ਪਾਉਂਦੇ। ਭਗਤੀ ਕਰਕੇ ਆਪਣੇ ਆਪ ਨੂੰ ਅਸੀਂ ਨੀਚ ਸਦਾਉਣਾ ਹੁੰਦਾ ਹੈ, ਤਾਂ ਸਾਨੂੰ ਮੁਕਤੀ ਮਿਲਦੀ ਹੈ। ਸਮਝਾਉਂਦੇ ਨੇ, ਭਉ ਭਗਤ ਕਰ ਨੀਚ ਸਦਾਏ, ਨਾਨਕ ਤੋਂ ਮੁਖ ਅੰਤਰ ਪਾਏ। ਜੇ ਆਪਣੇ ਆਪ ਨੂੰ ਵੱਡਾ ਕਹਾਵਾਂਗੇ, ਪ੍ਰਭੂ ਨੂੰ ਨਹੀਂ ਪਾਉਂਦਾ। ਜੇ ਇਹ ਜਾਣੈ ਮੁਝ ਤੇ ਕਿਛ ਹੋਆ, ਬਾਧਿਓ ਜਿਉ ਨਿਲੀਨੀ ਪਰਮ ਸੂਆ। ਮਾਰੇ ਕਹਿੰਦੇ ਉਹ ਭਰਮ 'ਚ ਪੈ ਗਿਆ। ਜੋ ਜਾਣੈ ਮੈਂ ਕਥ ਨਹੀਂ ਕਰਤਾ, ਵਿਆਪਾਰੀ ਬਸਦਾ ਜਿਉਂ ਫਿਰਦਾ। ਜੇ ਕਹੇ ਵੀ ਮੈਂ ਕਥਾ ਕਰਦਾ ਹਾਂ, ਮੈਂ ਕਹਿੰਦੇ ਵਪਾਰੀ ਫਿਰ ਰਿਹਾ ਧਰਤੀ ਤੇ ਬਣਿਆ। ਜੋ ਜਾਣੈ ਹੋ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਜੇ ਕੋਈ ਕਹਿੰਦਾ ਮੈਂ ਭਗਤ ਹਾਂ, ਮੈਂ ਗਿਆਨੀ ਹਾਂ, ਅੱਗੇ ਪ੍ਰਭੂ ਨਹੀਂ ਮੰਨਦਾ। ਪ੍ਰਭੂ ਨੂੰ ਕੌਣ ਪਾਉਂਦਾ ਹੈ? ਭੋਲਾ ਭਾਲਾ ਜੀ, ਜਿਹੜਾ ਆਪਣੀ ਮੱਤ ਛੱਡਦਾ ਹੈ, ਜਿਹੜਾ ਕਹਿੰਦਾ ਮੈਂ ਕੁਛ ਨਹੀਂ ਹਾਂ, ਇਹ ਤਾਂ ਤੇਰਾ ਦਇਆ ਹੈ, ਮੇਰਾ ਆਪਣੇ 'ਚ ਮੇਰਾ ਕੁਛ ਵੀ ਨਹੀਂ। ਜੋ ਹੈ ਤੂੰ ਹੀ ਹੈ, ਜੋ ਕਰਾਉਣਾ ਹੈ ਤੂੰ ਕਰਾਉਂਦਾ ਹੈ। ਫਿਰ ਪ੍ਰਭੂ ਆ ਕੇ ਆਪ ਬਸਦਾ ਹੈ, ਆਪ ਆਪਣਾ ਗਿਆਨ ਕਰਵਾਉਂਦਾ ਹੈ ਆਪਣੇ ਜਨਾਂ ਦੁਆਰਾ। ਇਸ ਕਰਕੇ ਇੱਥੇ ਸਾਨੂੰ ਸਮਝਾਉਂਦੇ ਨੇ, ਤੂੰ ਸੱਚਾ ਸਾਹਿਬ ਸੱਚ ਹੈ, ਸੱਚਾ ਸੱਚ ਸੱਚਾ ਗੋਸਾਈ। ਵੀ ਹੈ ਪ੍ਰਭੂ, ਤੂੰ ਹੀ ਸੱਚਾ ਸਾਹਿਬ ਹੈ, ਤੂੰ ਹੀ ਸੱਚਾ ਮਾਲਕ ਹੈ। ਤੁਧ ਨੂੰ ਸਭ ਧਿਆਇਂਦੀ, ਸਭ ਅੱਗੇ ਤੇਰੀ ਪਾਈ। ਵੀ ਸਭ ਤੈਨੂੰ ਹੀ ਧਿਆਉਂਦੇ, ਸਭ ਤੇਰੇ ਹੀ ਪੈਰੀ ਲੱਗੇ ਨੇ, ਤੇਰੇ ਅੱਗੇ ਨੇ ਸਾਰੇ ਹੀ, ਕਿਉਂਕਿ ਉਹ ਸਾਰਿਆਂ ਦੇ ਸਾਹਮਣੇ ਵਸਦਾ। ਆਪਾਂ ਉਸਦੇ ਸਨਮੁਖ ਹੋ ਕੇ ਵੀ ਜੀਵ ਭਰਮ 'ਚ ਪਏ ਨੇ ਕਿ ਪਰਮੇਸ਼ਰ ਦੂਰ ਹੈ, ਨਿਰੰਕਾਰ ਦੂਰ ਹੈ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। हे ਪ੍ਰਭੂ, ਤੇਰੀ ਜਿਹੜੀ ਸਿਫਤ ਸਵਾਲਿਓ ਕੀ ਹੈ? ਤੇਰੀ ਸਰੂਪ, ਤੇਰੇ ਸਰੂਪ ਦੇ ਦਰਸ਼ਨ ਜਾਂ ਤੇਰੇ ਸਰੂਪ ਦੀ ਵਡਿਆਈ। ਜਿਨ੍ਹਾਂ ਤੇ ਦਇਆ ਕਰਦਾ ਹਾਂ, ਤੂੰ ਆਪ ਕਰਵਾਉਂਦਾ ਹੈ, ਉਹ ਫਿਰ ਤੇਰੇ ਸਰੂਪ ਦੀ ਵਡਿਆਈ ਕਰਦੇ ਨੇ। ਕਿਹੜੇ ਸਰੂਪ ਦੀ? ਪ੍ਰਕਾਸ਼ ਸਰੂਪ ਦੀ। ਉਹਨਾਂ ਦਾ ਸੰਗ ਕਰਨ ਦੇ ਨਾਲ ਤੂੰ ਜੀਵਾਂ ਨੂੰ ਪਾਰ ਲਗਾ ਦਿੰਦਾ ਹੈ। ਜਿਨ ਕੀਤੀ ਤਿਸ ਪਾਰ ਲੰਘਾਈ। ਗੁਰਮੁਖਾਂ ਨੂੰ ਫਲ ਪਾਏਂਦਾ, ਸੱਚ ਨਾਮ ਸਮਾਈ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤੂੰ ਫਲ ਬਖਸ਼ ਦਿੰਦਾ ਹੈ।
क्योंकि वो तेरे च उन्होंने अपने च समा लेंदा है, फिर उन्होंने द्वारा तू अपना ज्ञान करवाउंदा है। जिवें आपां रहरास दी बाणी दे विच पढ़दे हां कि संसार दी जीवा ने बड़ा जोर ला के देखा, बड़ा ध्यान ला के देख लिया, बड़ियां कीमतां पा के देखियां, गुर गुर करके देख लिया, पर एक तिल जिन्नी वड्याई भी नहीं कह सके। पढ़ते हैं पर रहती बाणी दे विच सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई, कहन न जाई तेरी तिल वड्याई। तेरी तिल जिन्नी वड्याई नहीं कह सके। क्यों नहीं कह सके? क्योंकि किसी कीमत ते उसनू कह नहीं सकता। कदों कह जाता है? जदों उहदे विच समाउंदा है। समाउंदा कदों है? जदों आप किरपा करता है। कीमत पाए ना कहया जाए, कहने वाले तेरे रहे समाए। कहने वाला तेरे समाएगा। समाएगा कदों? जदों आपा मंदा खत्म होएगा, फिर समाएगा। जिमें एक बूंद आपा गवाएगी, सागर रूप हो जाएगी। ते सागर दी वड्याई है कि सागर बूंद समा जाएगा। इदां जदों साडी जोत प्रभु समा जाएगी, ते प्रभु दी वड्याई है कि साडी जोत समा जाएगा। सागर मैं बूंद, बूंद मैं सागर, गुर बचनी उदरै रतनागर। इदां ही गुर दे बचन द्वारा जिहड़े जीव उस रूप हो जाते ने, वो फिर सानू गुर का ज्ञान देंदे ने। वो गुर दे शब्द नूं रतन भी कहा है। गुर का शब्द रतन है, हीरे जित जड़ाओ। उहदे द्वारा साडा उद्धार हुंदा है। गुरमुखां नूं फल पाएंदा सच नाम समाई। उन्हां नूं फिर तू फल बख्शदा है, फिर उन्हां द्वारा सिफ सलाह कराउंदा है, क्योंकि उन्हां नूं अपने च समा लैंदा है। बड़े मेरे साहिबा बड़ी तेरी वड्याई। हे मेरे बड़े साहिबा, तेरी वड्याई भी वड्डी है, कोई जीव नहीं कर सकता। तू दया करदा है, कृपा करदा है, तू अपने समा लैंदा है, फिर अपनी वड्याई आप करवाता है। आओ अगला श्लोक है, श्लोक महला चौथा। बिन नावै होर सलाहना, सब बोलन फिक्का साध। ते परमेश्वर के नाम तो बिना जे असी होर दी सिफत सलाह करते हाँ, तो सब फिक्का बोलना है, फिक्का स्वाद है। कि फिक्का बोलन दा फल की है? जे फिक्का बोलांगे, जिहड़ा कहण वाला भी फिक्का है, सुनने वाला भी फिक्का होएगा। क्योंकि फिक्का स्वाद खावांगे कोई चीज़, तो खाण वाले दा मुख भी फिक्का हो जाएगा। इहदा मारा समझाउंदे ने, नानक फिक्का बोली है, तन मन फिक्का होए, फिक्को फिक्का सद्दी है, फिक्के फिक्की सोए, फिक्का दरगाह सटी है, मुँह थुक्का फिक्का पाहे। फिक्का मूर्ख आखिए, पाना लै सजाए। फिक्का बोलने वाले नूं मूर्ख कहंदे ने। फिक्का जीव की बोलदा है? बिना नाम तो, बिना परमेश्वर दे नाम तो होर दी आपां सिफत सलाह करदे हाँ, सब फिक्का बोलना है। इस करके तू समझाउंदे ने, बिन नावै होर सलाहना, सब बोलन फिक्का साध। हुण इह सलाउंदे कौन ने? मन मुख अहंकार सलाह दे, हौं मैं ममता बाद। ਜਾਂ ਤਾਂ ਹੰਕਾਰ ਦੇ ਵਿੱਚ, ਜਾਂ ਉਹਨਾਂ ਨੂੰ ਕਿਸੇ ਨਾਲ ਮਮਤਾ ਹੁੰਦੀ ਹੈ, ਕਿਸੇ ਸਰੀਰ ਨਾਲ ਪਿਆਰ ਹੈ, ਕਿਸੇ ਬੰਦੇ ਨਾਲ, ਫਿਰ ਉਹ ਬੰਦੇ ਦੀ ਸਿਫਤ ਸਲਾਹ ਕਰਦੇ ਨੇ। ਮਨਮੁਖ ਨੇ ਮਾਰਾ ਸਮਝਾਉਂਦੇ ਨੇ। ਖਾਸ ਕਰ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਹੋਈਏ, ਜਦੋਂ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਉਦੋਂ ਤਾਂ ਪਰਮੇਸ਼ਰ ਤੋਂ ਬਿਨਾਂ, ਕਿਉਂਕਿ ਸੰਗਤ ਜਿਹੜੀ ਹੈ, जिथे बैठ के प्रभु की सिफत सलाह करते हाँ, उत्थे असी होर कोई विचार करिए, फिक्का बोलना है। हाँ, जदों आप संसारिक तौर पर विचरते हाँ, फिर आप सही नूं सही, गलत नूं गलत कह भी दईए, चंगे नूं चंगा कह भी दईए,
ਤਾਂ ਕੋਈ ਉੱਥੇ ਮਾੜਾ ਨਹੀਂ ਹੈ। ਮਾੜੇ ਨੂੰ ਮਾੜਾ ਕਹਿ ਦਈਏ ਤਾਂ ਵੀ ਕੋਈ ਗਲਤ ਨਹੀਂ ਹੈ। ਕਿਸੇ ਇਨਸਾਨ ਨੂੰ ਕੋਈ ਚੰਗਾ ਇਨਸਾਨ ਹੈ, ਉਸ ਦੇ ਬਾਰੇ ਆਪਾਂ ਕਹਿ ਦਈਏ ਵੀ ਇਹ ਚੰਗਾ ਇਨਸਾਨ ਹੈ। ਜਾਂ ਆਪਾਂ ਕੋਈ ਬੰਦਾ ਹੈ ਇਹ ਚੋਰ ਹੈ, ਆਪਾਂ ਕਹਿ ਦਈਏ ਚੋਰ ਹੈ। ਕੋਈ ਸਾਧ ਹੈ, ਆਪਾਂ ਕਹਿ ਦਈਏ ਸਾਧ ਹੈ। ਉੱਥੇ ਕੋਈ ਉਹ ਮਾੜਾ ਨਹੀਂ ਹੈ। ਪਰ ਜੇ ਆਪਾਂ ਚੋਰ ਨੂੰ ਸਾਧ ਕਹਾਂਗੇ ਉਹ ਮਾੜਾ ਹੈ, ਸਾਧ ਨੂੰ ਚੋਰ ਕਹਾਂਗੇ ਉਹ ਵੀ ਮਾੜਾ ਹੈ, ਉਹ ਫਿਰ ਨਿੰਦਾ ਹੈ। ਉਧਰ ਚੋਰ ਨੂੰ ਸਾਧ ਕਹਿਣਾ ਵਡਿਆਈ ਹੈ। ਇਹ ਦੋਨੋਂ ਤਿਆਗਣੀ ਹੈ। ਇਸ ਕਰਕੇ ਸੰਗਤ ਰੂਪ ਦੇ ਵਿੱਚ ਜਦੋਂ ਬਹਿੰਦੇ ਹਾਂ ਆਪਾਂ ਸਿਫਤ ਸਲਾਹ ਕਿਸ ਦੀ ਕਰਦੇ ਹਾਂ? ਪਰਮੇਸ਼ਰ ਦੀ, ਨਾਮ ਦੀ ਵਡਿਆਈ। ਤੇ ਦੂਜੇ ਜੀਵ ਜਿਹੜੇ ਹੰਕਾਰੀ ਨੇ, ਮਨਮੁਖ ਨੇ, ਉਹ ਸਲਾਉਂਦੇ ਨੇ, ਉਹਨਾਂ ਦੀ ਮਮਤਾ ਹੁੰਦੀ ਕਿਸੇ ਨਾਲ। ਉਹ ਮਮਤਾ ਦੇ ਵਿੱਚ ਸੰਗਤ ਵਿੱਚ ਬੈਠ ਕੇ ਵੀ ਵਡਿਆਈਆਂ ਕਿਸੇ ਦੀਆਂ ਕਰਦੇ ਨੇ? ਜੀਵਾਂ ਦੀਆਂ। ਜਿਨ ਸਲਾਹਨ ਸੇ ਮਰੈ, ਜਿਹਨੂੰ ਸਲਾਉਂਦੇ ਨੇ ਉਹਨਾਂ ਨੇ ਮਰ ਜਾਣਾ ਇੱਕ ਦਿਨ। ਖਪ ਜਾਵੇ ਸਭ ਅਪਵਾਦ, ਤੇ ਜੀਵਨ ਸਾਡਾ ਖਪ ਜਾਂਦਾ ਹੈ ਅਪਵਾਦ ਦੇ ਵਿੱਚ ਹੀ, ਮਾੜੇ ਕਰਮ ਦੇ ਵਿੱਚ ਵੀ, ਸੰਸਾਰ ਨੂੰ ਸਲਾਉਂਦੇ। ਜਨ ਨਾਨਕ ਗੁਰਮੁਖ ਉਬਰੇ, ਜਪ ਹਰ ਹਰ ਪਰਮਾਨਾਦ। ਸਤਿਗੁਰ ਸਮਝਾਉਂਦੇ ਨੇ ਵੀ ਜਿਹੜੇ ਗੁਰਮੁਖ ਨੇ ਉਹ ਸਿਰਫ ਉਸ ਪਰਮਾਨਾਦ ਪਰਮੇਸ਼ਰ ਦੀ ਹੀ ਸਿਫਤ ਸਲਾਹ ਕਰਦੇ ਨੇ, ਉਹ ਉਭਰ ਜਾਂਦੇ ਨੇ। ਮਨਮੁਖ ਸੰਸਾਰ ਦੀ ਸਿਫਤ ਸਲਾਹ ਕਰਦੇ ਨੇ ਤੇ ਇਹਦੇ ਵਿੱਚ ਹੀ ਖਪ ਕੇ ਰਹਿ ਜਾਂਦੇ ਨੇ। ਅਗਲਾ ਸ਼ਬਦ ਹੈ, ਸ਼ਲੋਕ ਹੈ ਮਹਲਾ ਚੌਥੇ ਦਾ। ਸਤਿਗੁਰ ਹਰਿ ਪ੍ਰਭ ਦਸ ਨਾਮ, ਧਿਆਈ ਮਨ ਹਰੀ। ਸਤਿਗੁਰ, ਸੱਚਾ ਗੁਰ, ਇਹ ਪ੍ਰਭੂ ਸਾਨੂੰ ਵੀ ਇਹ ਦੱਸ, ਸੱਚਾ ਗੁਰ ਦੱਸ, ਅਸੀਂ ਵੀ ਤੇਰੇ ਨਾਮ ਨੂੰ ਧਿਆਈਏ, ਅਸੀਂ ਵੀ ਤੈਨੂੰ ਧਿਆਈਏ। ਪਰ ਧਿਆਵਾਂਗੇ ਕਦੋਂ? ਜਦੋਂ ਉਹ ਸਾਨੂੰ ਸੱਚਾ ਗਿਆਨ ਦੇਗਾ, ਸੱਚਾ ਗੁਰ ਦੇਗਾ। ਦੇਗਾ ਕਿੱਥੋਂ? ਆਪਣੇ ਜਨਾਂ ਦੁਆਰਾ, ਜਿਹੜੇ ਜਿਨ੍ਹਾਂ ਨੂੰ ਆਪਣੇ 'ਚ ਸਮਾ ਲੈਂਦਾ ਹੈ। ਨਾਨਕ ਨਾਮ ਪਵਿੱਤ ਹਰ, ਮੁਖ ਬੋਲੀ ਸਭ ਦੁੱਖ ਪਰ ਹਰੀ। ਤੇ ਇਹ ਨਾਮ ਪਵਿੱਤ ਹੈ, ਪਰ ਇਹ ਦਿੰਦਾ ਕੌਣ ਹੈ? ਹਰ ਮੁਖ ਬੋਲੀ, ਹਰੀ ਆਪ ਮੁਖ ਤੋਂ ਬੋਲਦਾ ਆਪਣੇ ਜਨਾਂ ਦੇ ਦੁਆਰਾ। ਕਿਹਨਾਂ ਦੇ? ਸਾਧੂ ਜਨ, ਜਿਹਨੂੰ ਆਪਾਂ ਕਹਿੰਦੇ ਹਾਂ। ਪ੍ਰਭ ਜੀ ਬਸਾ ਸਾਧ ਕੀ ਰਸਨਾ। ਉੱਥੇ ਆਪ ਪਰਮੇਸ਼ਰ ਰਸਨਾ ਤੋਂ ਬੋਲ ਕੇ ਆਪ ਇਹ ਦਿੰਦਾ ਹੈ ਗਿਆਨ। ਇਹ ਨਾਮ ਦਿੱਤਾ ਗਿਆਨ ਜਿਹੜਾ ਇਹ ਪਵਿੱਤ ਹੈ। ਸਭ ਦੁੱਖ ਪਰ ਹਰੀ, ਜਿਹੜਾ ਫਿਰ ਸਾਡੇ ਸਾਰੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ, ਦੁੱਖਾਂ ਤੋਂ ਛੁਟਕਾਰਾ ਪਾ ਦਿੰਦਾ ਹੈ। ਕਿਹੜੇ? ਸਰੀਰਕ, ਮਨ ਦੇ। ਜਿਹੜੇ ਮਨ ਨੂੰ ਰੋਗ ਲੱਗੇ ਨੇ, ਹਉਮੈ ਦਾ ਰੋਗ ਲੱਗਿਆ ਹੈ, ਜਨਮ ਮਰਨ ਦਾ ਰੋਗ ਹੈ, ਵਿਛੋੜੇ ਦਾ ਰੋਗ ਹੈ, ਮਾਇਆ ਦੀ ਭੁੱਖ ਦਾ ਰੋਗ ਹੈ। ਕਿੰਨਾ ਕੁਛ ਵੀ ਹੋ ਜਾਵੇ, ਧਨ ਦੌਲਤ ਹੋ ਜਾਵੇ, ਜੋ ਮਰਜ਼ੀ ਹੋ ਜਾਵੇ, ਮਨ ਤ੍ਰਿਪਤ ਨਹੀਂ ਹੁੰਦਾ। ਇਹ ਵੀ ਇੱਕ ਰੋਗ ਹੈ ਜਿਹੜਾ ਕਿ ਨਾਮ ਦੁਆਰਾ ਹੀ ਤ੍ਰਿਪਤ ਹੋਣਾ ਹੈ। ਜਦ ਤੱਕ ਮਨ ਦਾ ਭੋਜਨ, ਮਨ ਦਾ ਕੱਪੜਾ, ਮਨ ਦਾ ਵਣਜ ਨਾਮ ਨਹੀਂ ਬਣ ਜਾਂਦਾ, ਉਨੀ ਦੇਰ ਮਨ ਤ੍ਰਿਪਤ ਨਹੀਂ ਹੁੰਦਾ। ਕਿਉਂਕਿ ਮਹਾਰਾਜ ਸਮਝਾਉਂਦੇ ਨੇ चौथे पातशाह जी के, हर नाम हमारा भोजन 36 प्रकार, जित खाया हमको तृप्त पई। हर नाम हमारा पैनन, जित फिर नंगे न होवे, होर पैनन दी हमरी शरद गई। हर नाम हमारा वंज, हर नाम व्यापार, हर नामे की सतगुर हमको कारकुनी दी। हर नामे का हम लेखा लिखया, सब जम की अगली कान गई। जन नानक नाम तिना को मिलया, जिनको तुर लिखत लिलाट पई। जिन तुर मस्तक लिखत लिलाट पई। ये फिर आप प्रभु जदों दया करता है, इस करके मेरा समझाउंदे ने आप देंदा है अपने जनां दी रसना तो। जब तक आप नहीं देंदा सानू उसका फल नहीं मिलना। इस करके आप देवेगा, आप बसदा संगत दे विच। किथे बसदा आप? विच संगत हर प्रभ बसै जी। आओ पौड़ी अगे।
ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰਿ ਰਾਇਆ। ਜਿਨ੍ਹਾਂ ਨੂੰ ਜਨਾ ਦਿੰਦਾ ਹੈ, ਜਿਨ੍ਹਾਂ ਦੀ ਰਸਨਾ ਤੋਂ ਬੋਲਦਾ ਹੈ, ਉਹ ਫਿਰ ਉਹ ਦੱਸਦੇ ਨੇ ਕਿ ਉਹ ਉਸ ਪ੍ਰਭੂ ਦੀ ਵਡਿਆਈ ਕਰਦੇ ਤੇ ਉਹ ਆਪ ਹੀ ਕਰਵਾਉਂਦਾ ਹੈ। ਉਹ ਨਹੀਂ ਕਹਿੰਦਾ ਵੀ ਮੈਂ ਕਰਦਾ ਹਾਂ ਕੁਛ। ਤੂੰ ਆਪੇ ਆਪ ਨਿਰੰਕਾਰ ਹੈ ਪ੍ਰਭੂ, ਤੂੰ ਆਪ ਹੀ ਹੈ ਨਿਰੰਕਾਰ। निरंजन हर राया, तू माया तो रहत है, तू निरंजन है, माया तो रहता है, तू प्रकाश है, तू आकार तो रहता है। जिन्नी तू एक मन सच त्याया, तिनका सब दुख गवाया। हे प्रभु, जिन्हां ने तैनू एक मन होके एक चित होके त्याया है, तू उन्हां दा सारा दुख ही गवा दिता है। पर तेरी कृपा तो बिना नहीं हो सकता, क्योंकि जे वो सच्चा गुर नहीं दसदा, आपां नूं ज्ञान नहीं देंदा, नहीं हो सकता। जिन्हां ने गुर लैके फिर त्याया उसनूं, उन्हां दा सारा दुख तू गवा दिता। तेरा शरीक को नाही, जिसनूं लवै लाए सुनाया। हे प्रभु, तेरा कोई शरीक भी नहीं है। इस करके जिहड़ा होर कोई तैनू नेड़े ला के सुना देवे नहीं, तू अपना आप ही कराउण वाला है सारा कुछ। तेरा शरीक नहीं है दूजा, क्योंकि दूजा ये कारज कर ही नहीं सकता। ये ज्ञान तू खुद ही दे सकता है, दूजा नहीं दे सकता। पर देंदा कित्थे है? अपने जनां द्वारा। जिवें आपां रहरास दी बाणी दे विच पढ़दे हां कि जे असीं कहीए भी जिहड़ा एक कह रहा सानू ज्ञान दे रहा है भी ये आप दे रहा है, तो महाराज समझाते नहीं, ये तो उस प्रभु दा खजाना है, जिसनू बख्शदा उहदे द्वारा फिर देंदा है। इसदा अपना कुछ भी नहीं है। पढ़ते हैं रोज ही अपना रहरास दी बाणी दे विच, आखण वाला क्या विचारा, सिफती परे तेरे भंडारा। जिस तू दे तिसे कै चारा, नानक सच सवारनहारा। भी हे प्रभु, तू आप सवारनहारा। हाँ, तू किसी नूं भी दे सकता, कि उस विच कोई रुकावट नहीं वर सकता, किसी का जोर नहीं है, कोई चारा नहीं चलता, क्योंकि तेरा खजाना है, तू किसी नूं दे सकता। तेरा खजाना भरिया पिया है सिफती का, तू किसी नूं। पर जे जो दे कहंदा है उसका अपना कुछ नहीं है, कराउण वाला तू है। तुद जेवड़ दाता तू है निरंजना। तेरे वर्गा तू आप ही है, दूजा कोई भी नहीं है, क्योंकि तू निरंजन है, तू माया तो रहता है, तू आकार तो रहता है। तू है सच मेरे मन पाया। हे प्रभु, तू ही सच है, तू ही मेरे मन नूं पा गया है। कदों पाउंदा है साडे मन नूं? पहला साडा मन प्रभु नूं पाउंदा है। जदों प्रभु नूं मन साडा पा जांदा है, फिर वह प्रगट होंदा है, फिर प्रगट होके साडे मन नूं मोह लैंदा है, फिर वह साडे मन नूं पा जांदा है। क्योंकि जब तक असीं किसी नूं देखिया ही नहीं, साडे मन नूं साडा मन उस नूं मोह नहीं सकता, जद किसी नूं देखिया नहीं। देखण तो बाद ही मोह पैंदा है। आप देखते हाँ घर दे विच छोटा जिहा बच्चा जन्म लैंदा, आपां उस नूं देखते हाँ, पहचानते हाँ, देखण तो बाद साडा उस नाल मोह पैना शुरू हो जाता है। इदा संसार दे विच है, दोस्त है, कोई मिलिया है, उस नाल प्यार पै जाता है, मोह हो जाता है। जब तक देखे ही नहीं, मोह नहीं पै सकता। इस करके जदों साडे अंदर चौह पैदा हुंदा है उसनूं मिलण दा, उसदे दर्शनां दा, साडा मन उसके हुक्म नूं मनदा है, सच्चे गुर नूं कमाउंदा है, गुर दी सेवा करदा है, फिर साडा मन उसनूं पा जांदा है, फिर वह प्रगट हुंदा है। फिर प्रगट होने तो बाद साडा मन साडे मन नूं प्रभु पा जांदा है, अपना प्यार आप ला लैंदा है। इस करके समझाउंदे ने, जिन्हां दे मन नूं ओह पा गया प्रभु, फिर उसके वास्ते दूजा कोई होर नहीं है। तुद जेवड़ दाता तू है निरंजना।
तू है सच मेरे मन पे, तू ही सच है, तू ही मेरे मन नू पाया है। सच्चे मेरे साहिबा सच्चे सच नाया, हे सच्चे मेरे साहिब तेरा सच ही सच, तेरा नाम भी सच है, तू भी सच है, ते सच दे विच रह के ही असीं भी उस दा रूप हो जाते हाँ। साडा मन भी उस दा रूप हो जाता है, क्योंकि मन प्रकाश हो जाता है। प्रकाश जिमें बूंद सागर रूप हो जाती है, इदा साडा जोत भी उस दा रूप हो जाता है। साडा मन उस प्रभु का रूप हो जाता है। सो आओ हुण आपां नाल अभ्यास करिए, ताकि आपां भी अपने मन नू उहदे विच समाइए, मुख नू उजल करिए, अपने आप की पहचान करिए, प्यार पाइए। जदों असीं गुर नू कमाउंदे हाँ, गुर दे ग्रह ते रहिंदे हाँ, ते गुर दी सेवा करते हाँ, पर इच्छा नहीं रखते, फिर सानू वो प्राप्त होंदा है। आपां पढ़ के आए हाँ, विचार के आए हाँ सुखमनी साहिब दी बाणी दे विच, गुर के ग्रह सेवक जो रहे, गुर की आज्ञा मन में सहे, आपस को करकश न जनावै, हर हर नाम हृदय सद त्यावै, मन बेचै सतगुर के पास, तिस सेवक के कारज रास, सेवा करत होए नेक कामी, तिसको होत प्राप्त स्वामी। अपनी कृपा जिस आप करे, नानक सो सेवक गुर की मत ले। वो सेवक गुर दी मत लैंदा है। फिर असीं जदों करदे हाँ सेवा, गुर दे ग्रह रहिंदे हाँ, गुर दी आग्या नू मन विच सहिंदे हाँ, अपने आप नू कुछ जनाउंदे नहीं, कोई मन विच कामना नहीं रखते, फिर जाके प्रभु प्राप्त होता है। सो किवें आपां करना है, साडा मन जिहड़ा है नेत्रां दे विच है। जोत कित्थे है? अपने शरीर दे विच जोत है। शरीर दे विच कित्थे है? नेत्रां दे विच। पढ़दे आनंद साहिब दी बाणी दे विच, इह शरीर मेरे हर तू मैं जोत रखी, तां तू जग में आया। फिर अगे पढ़ते हाँ, ए नेत्रो मेरे हर तो मैं जोत हरी, हर बिना वरना देखो कोई, हर बिना वरना देखो कोई नदरी हर निहालिया। इस करके नेत्रां दे विच जोत है, ते नेत्र दो ने, इस करके दो जोतां ने। बहुत सारे जीव ने जिहड़े ऐसे ने कि एक दृष्ट होंदे ने, एक जोत होंदे ने, पर ज्ञान नहीं, क्योंकि बहुत सारे आए देवलोक तो होंदे ने, आए वो स्वर्ग तो होंदे ने, इस करके वो एक दृष्टि होंदे ने। उन्होंने मुक्ति वास्ते ही ये जन्म मिलिया होंदा है, लेकिन वो भी विचारे भरम दे विच होंदे ने, क्योंकि भरम तो कौन छुटदा है? गुरमुख। उस तो बिना सारे भरम दे विच ने। समझाते ने, परमै सुर नर देवी देवा, परमै सिद्ध साधक ब्रह्मेवा, परम परम मानक डहकाए, महादुतर बिखम ए माए, गुरमुख परम पै मोह मिटाया, नानक ते परम सुख पाया। पब्बा परम मिटावो अपना, ए संसार सगल है सुपना। इस करके परम दे विच है जी। आओ आप अपना परम खत्म करना है, अपने अप्रकाश रूप नू पहचानना है, देखना है, ते प्रकाश दे नाल ही आपां प्यार पाउणा है, जो कि अनभव प्रकाश है। किवें आपां पहचानना है? आपां दोनों नेत्रां नू इस पॉइंट ते जिथों सवास आउंदा, इस पॉइंट ते आपां सम करना है। इत्थे दृष्टि फोकस करके देखना है कि इत्थे देखण दे नाल सानू अपना नक दिस रिहा है जां नहीं दिसदा। जे इत्थे देखण दे नाल आपां नू अपना नक नज़र नहीं आउंदा, फिर असीं एक दृष्ट हाँ, साडा मन देवता है। जे आपां नू इत्थे देखना नज़र आउंदा है, फिर साडा मन दो दृष्टि च है, दो जोतां हैं। फिर उत्थे आपां देखना कि किस पासे साडा ध्यान विचरदा है, क्योंकि इस पासे तमोगुण है, इस पासे रजोगुण है, विचाले सतोगुण है। जे नक इस पासों दिसदा है, सज्जे तमोगुण है।
जे खब्बे पासों दिसदा है रजोगुण है, जे दवल्यों दिसदा है सतोगुण है। जिधर ध्यान होएगा उही जो साडियां विचारां चलदियां रहिंदियां ने। जे नक नज़र नहीं आउंदा फिर एक दृष्ट है। उस तो बाद अपने आप नूं इन्ना पहचानना, उस तो बाद मैं आप जी नूं आवाज़ देवांगा कि ध्यान सामने लैके आओ। फिर आपां इत्थों सामने देखना है। फिर आप जी नूं आवाज़ देवांगा कि ध्यान मस्तक दे सामने लै जाओ, पलकां उत्ते चुक देनी। फिर वापस जो कहांगा सामने, फिर सामने लै आना है। फिर जो कहांगे सम करके देखो, फिर इस पॉइंट ते सम करना है। जो ये पहले जीव ने जिहड़े रोज़ ध्याउंदे ने वो अपने प्रकाश रूप नूं देखना है। जे कोई नवा जीव जिस नूं नक नज़र आउंदा है उसने फिर देखना है कि नक दिसनों हट गया। क्योंकि जे असी विश्वास दे नाल ध्यान लावांगे, साडा ध्यान मालक नाल छू जाएगा, वो सानू दो तो एक दृष्ट कर देगा। तो एक दृष्ट हो गया जिहड़ा जीव, उसनूं अपना नक नज़र नहीं आएगा। जे आएगा खब्बे पासे एक बिल्कुल एक हल्की जी परछाई जी नज़र आएगी। आओ करिए, नेत्र सम करिए, दृष्टि इत्थे फोकस करके अपने आप नूं देखिए, पहचानिए कि साडी असी किस अवस्था च हाँ। सामने लैके आओ ध्यान। मस्तक दे सामने लै जाओ, पलक उत्ते चुक दो। फिर सामने लैके आओ ध्यान। सम करके देखिए अपने आप नूं। जे पहला नक दिसदा कोई नवा जीव, ये देखना है कि उसनूं दिसनों हट गया। जेकर एक दृष्ट हो गया उसनूं अपना नक नज़र नहीं आएगा। क्योंकि आपां उस अवस्था जाना जिथे साडा अपना कोई चक्कर चेन ना रहे। आप प्रकाश रूप होना है।
ध्यान नीचे लै जाओ, बिल्कुल रिलैक्स। जिथे भी आप बैठे, फर्ज करो आप बैड ते बैठे, चादर विछी, चादर तो थोड़ा उपर देखने की कोशिश करनी है। इत्थे सानू प्रकाश अनुभव होना शुरू हो जाएगा, जिवें सरोवर दे विच जल दीयां लहरां हुंदियां ने, इदां इत्थे सानू प्रकाश दी हलचल अनुभव होएगी। बिल्कुल पानी की तरह सानू नज़र आएगा, पर होएगा प्रकाश, चमक, सानू एक हलचल अनुभव होएगी। हाँ, सम करके फिर देखिए अपने आप नू, फिर दृष्टि फोकस करके अपने आप नू देखिए। आपे दी पहचान करिए, अपने प्रकाश रूप नू आपां पहचानना है। जे अपने प्रकाश रूप नू पहचान लिया तो असीं हर पासे परमेश्वर नू देख लवांगे, क्योंकि साडे सदा संग है, वो सादा हाजर है, हाजर हजूर है। फिर नीचे ले जाओ ध्यान, बिल्कुल रिलैक्स। फिर सम करके देखिए, फिर दृष्टि फोकस करके अपने आप को देखिए। नक के पॉइंट ते दृष्टि नू फोकस करना है, अपने आप को देखना है। इत्थे सानू अपना नक शीशे की तरह चमकना शुरू हो जाएगा। इदां हो जाएगा जिवें नक साडा शीशे का है।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਅਭਿਆਸ ਕਰਨਾ ਹੈ। ਇਸ ਨੂੰ ਗੁਰ ਕਹਿ ਦਿੱਤਾ ਹੈ, ਵਿਧੀ ਕਹਿ ਦਿੱਤਾ ਹੈ, ਜੁਗਤ ਕਹਿ ਦਿੱਤਾ ਹੈ, ਉਪਦੇਸ਼ ਕਹਿ ਦਿੱਤਾ ਹੈ। ਇਸ ਨੂੰ ਆਪਾਂ ਦ੍ਰਿੜ ਕਰਨਾ ਹੈ, ਤੇ ਜੋ ਵੀ ਦ੍ਰਿੜ ਕਰੇਗਾ ਉਸ ਦਾ ਉਦਾਰ ਹੋਏਗਾ। ਸੋ ਆਓ, ਨਾਲ ਨਾਲ ਆਪਣੇ ਆਪ ਨੂੰ ਆਪਾਂ ਕੁਛ ਜਨਾਉਣਾ ਨਹੀਂ ਹੈ, ਬਸ ਇਸ ਅਵਸਥਾ 'ਚ ਆਪਾਂ ਵਿਚਰਨਾ ਹੈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਸੋ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।